ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 30ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁਝ ਚੋਣਵੀਆਂ ਪੰਕਤੀਆਂ ਲੈ ਕੇ ਦੁੱਖ ਅਤੇ ਸੁੱਖ ਦੀ ਵਿਚਾਰ ਕਰਾਂਗੇ। ਸੋ ਆਓ ਦੇਖੀਏ ਉਹ ਕਿਹੜੇ ਹਨ ਅਨਮੋਲ ਰਤਨ ਗੁਰੂ ਦੇ ਸਾਗਰ ਵਿੱਚੋਂ। ਮਹਿਲਾ ਪਹਿਲਾ। ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ। ਚਖਣਾ ਦਾ ਮਤਲਬ ਹੈ ਸਿਰ ਖਪਾਈ ਕਰਨੀ, ਚੱਖ ਮਾਰਨੀ, ਅਰਥਾਤ ਕਿਸੇ ਚੀਜ਼ ਬਾਰੇ ਬੋਲਣਾ, ਸਮਾਂ ਬਰਬਾਦ ਕਰਨਾ, ਸ਼ਕਤੀ ਨਸ਼ਟ ਕਰਨੀ, ਪਰ ਉਹਦੇ ਵਿੱਚੋਂ ਕੁਝ ਨਿਕਲਣਾ ਨਾ। ਅਰਥਾਤ ਗੁਰੂ ਸਾਹਿਬ ਕਹਿੰਦੇ ਹਨ, ਹੇ ਨਾਨਕ, ਅਕਾਲ ਪੁਰਖ ਨੂੰ ਵਾਰ-ਵਾਰ ਇਹ ਕਹਿਣਾ ਜਾਂ ਆਪਣੇ ਮਨ ਵਿੱਚ ਇਹ ਧਾਰਨਾ ਬਣਾਉਣੀ ਕਿ ਮੈਨੂੰ ਸਿਰਫ ਸੁੱਖ ਹੀ ਸੁੱਖ ਮਿਲੀ ਜਾਣ, ਦੁੱਖ ਮੇਰੀ ਜ਼ਿੰਦਗੀ 'ਚ ਕਦੀ ਨਾ ਆਉਣ। ਇਹ ਜਿਹੜਾ ਬੋਲਣਾ ਹੈ ਇਹ ਝੱਖ ਮਾਰਨ ਦੇ ਬਰਾਬਰ ਹੈ। ਕਿਉਂ? ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਦਰ ਦੇ ਅਰਾਰੇ ਨੂੰ ਸਿਹਾਰੀ ਹੈ, ਅਰਥਾਤ ਦਰ ਤੋਂ, ਕਿਉਂਕਿ ਸੁੱਖ ਅਤੇ ਦੁੱਖ ਪਰਮਾਤਮਾ ਦੇ ਦਰ ਤੋਂ ਮਿਲੇ ਹੋਏ ਉਹ ਕੱਪੜੇ ਹਨ ਜਿਹੜੇ ਮਨੁੱਖ ਪਾਉਂਦੇ ਹਨ। ਜਿਵੇਂ ਅਸੀਂ ਕੱਪੜੇ ਬਦਲ ਕੇ ਪਾਉਂਦੇ ਹਾਂ, ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਕਦੀ ਸੁੱਖ ਅਤੇ ਕਦੀ ਦੁੱਖ ਆਉਂਦੇ ਹਨ। ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਜੋੜੀਦਾਰ ਹਨ। ਜਨਮ ਦੇ ਨਾਲ ਮਰਨ ਹੈ, ਲਾਭ ਦੇ ਨਾਲ ਹਾਨੀ ਹੈ, ਜਵਾਨੀ ਦੇ ਨਾਲ ਬੁਢਾਪਾ ਹੈ, ਲਾਹੇ ਦੇ ਨਾਲ ਤੋਟਾ ਹੈ ਅਤੇ ਸੁੱਖ ਦੇ ਨਾਲ ਦੁੱਖ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਚੀਜ਼ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜਿਵੇਂ ਧੁੱਪ ਅਤੇ ਛਾਂ ਹੈ, ਜਿਵੇਂ ਪੋਹ ਮਾਘ ਦੀ ਠੰਡ ਅਤੇ ਜੇਠ ਹਾੜ ਦੀ ਗਰਮੀ ਹੈ, ਅਤੇ ਇਹਨਾਂ ਦੋਨਾਂ ਦੇ ਵਿਚਾਲੇ ਬਸੰਤ ਅਤੇ ਪਤਝੜ ਵੀ ਹੈ। ਸੋ ਗੁਰੂ ਸਾਹਿਬ ਕਹਿੰਦੇ ਹਨ, ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ। ਚੁੱਪ ਦਾ ਅਰਥ ਹੈ ਭਾਣਾ ਮਿੱਠਾ ਮੰਨਣਾ, ਖਿੜੇ ਮੱਥੇ ਕੀਤੀ ਹੋਈ ਗੱਲ ਨੂੰ ਪ੍ਰਵਾਨ ਕਰਨਾ, ਅਤੇ ਬੋਲਣ ਹਾਰੀਐ ਜਿੱਥੇ ਬੋਲ ਕੇ ਕੋਈ ਲਾਭ ਨਹੀਂ ਹੋਣਾ, ਕਿਉਂਕਿ ਅਕਾਲ ਪੁਰਖ ਦਾ ਹੁਕਮ ਜਿਹੜਾ ਹੈ ਉਹ ਅਟਲ ਹੈ। ਗੁਰੂ ਸਾਹਿਬ ਤੇ ਇੱਥੇ ਤੱਕ ਕਹਿੰਦੇ ਹਨ, ਸਭਨੀ ਛਾਲਾਂ ਮਾਰੀਆਂ ਕਰਤਾ ਕਰੈ ਸੋ ਹੋਏ। ਭਾਵੇਂ ਜਿੰਨੀਆਂ ਮਰਜ਼ੀਆਂ ਟਪੂਸੀਆਂ ਮਾਰ ਲਓ, ਜਿੰਨੀਆਂ ਮਰਜ਼ੀ ਛਾਲਾਂ ਮਾਰ ਲਓ, ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਰੱਬ ਨੂੰ ਜਿੰਨੇ ਮਰਜ਼ੀ ਉਲਾਮੇ ਦੇ ਲਓ, ਜੋ ਕਰਤੇ ਵਾਹਿਗੁਰੂ ਨੇ ਮਿਥਿਆ ਹੋਇਆ ਹੈ ਉਹ ਹੋ ਕੇ ਰਹੇਗਾ। ਇਸ ਕਰਕੇ ਸਾਨੂੰ ਅਕਾਲ ਪੁਰਖ ਦੇ ਹੁਕਮ ਨੂੰ ਪਛਾਣ ਕੇ ਉਹਦਾ ਭਾਣਾ ਮਿੱਠਾ ਮੰਨਣ ਦੀ ਜਾਚ ਸਿੱਖਣੀ ਚਾਹੀਦੀ ਹੈ। ਅਤੇ ਜਿਹੜੀ ਜਾਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਹੁਤ ਵਧੀਆ ਢੰਗ ਦੇ ਨਾਲ ਸਿਖਾਉਂਦੀ ਹੈ। ਆਓ ਅੱਗੇ ਚਲੀਏ। ਦੁੱਖ ਸੁੱਖ ਕਰਤੈ ਧੁਰ ਲਿਖ ਪਾਇਆ, ਧੁਰੋਂ ਹੀ ਲਿਖ ਕੇ, ਅਰਥਾਤ ਇਹ ਪਰਮਾਤਮਾ ਦੇ ਹੁਕਮ ਦਾ ਹਿੱਸਾ ਹੈ। ਦੁੱਖ ਅਤੇ ਸੁੱਖ ਪਰਮਾਤਮਾ ਦੀ ਰਚੀ ਹੋਈ ਰਚਨਾ ਦਾ ਅਟੁੱਟ ਅੰਗ ਹਨ। ਦੂਜਾ ਭਾਵ ਆਪ ਵਰਤਾਇਆ। ਦੂਜਾ ਭਾਵ ਅਰਥਾਤ ਦੂਜਾ ਪਿਆਰ, ਜਗਤ ਦੇ ਨਾਲ ਮੋਹ, ਪਰਮਾਤਮਾ ਨੂੰ ਵਿਸਾਰ ਕੇ ਧੀਆਂ ਪੁੱਤਾਂ ਦੇ ਨਾਲ, ਜ਼ਮੀਨ ਜਾਇਦਾਦਾਂ ਦੇ ਨਾਲ, ਮਾਇਆ ਦੇ ਨਾਲ, ਪੈਸੇ ਦੇ ਨਾਲ, ਮਾਨ ਸਨਮਾਨ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਪਿਆਰ ਪਾਉਣਾ, ਇਹ ਜਿਹੜਾ ਮੋਹ ਹੈ ਇਹ ਵੀ ਅਕਾਲ ਪੁਰਖ ਨੇ ਆਪ ਹੀ ਵਰਤਾਇਆ ਹੈ। ਪਰ ਗੁਰਮੁਖ ਹੋਵੇ ਸੋ ਅਲਿਪਤੋ ਵਰਤੈ। ਅਲਿਪਤੋ ਮੈਨੇ ਅਛੋ, ਜਿਹਨੂੰ ਦਾਗ ਨਹੀਂ ਲੱਗਦਾ, ਜੋ ਇਹਨਾਂ ਤੋਂ ਪਰੇ ਹੋ ਕੇ ਵਿਚਰਦਾ ਹੈ। ਜਿਹੜੇ ਗੁਰਮੁਖ ਹੁੰਦੇ ਹਨ, ਜਿਨ੍ਹਾਂ ਨੇ ਆਪਣੀ ਮੱਤ ਤਿਆਗ ਦਿੱਤੀ ਹੈ ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਹੈ, ਉਹ ਫਿਰ ਇਸ ਜਗਤ ਵਿੱਚ ਅਲਿਪਤ ਹੋ ਕੇ, ਅਲੇਪ ਹੋ ਕੇ, ਨਿਰਲੇਪ ਹੋ ਕੇ ਵਰਤਦੇ ਹਨ। ਨਾ ਉਹ ਦੁੱਖਾਂ ਵਿੱਚ ਦੁਖੀ ਹੁੰਦੇ ਹਨ ਅਤੇ ਨਾ ਹੀ ਸੁੱਖਾਂ ਵਿੱਚ ਬਹੁਤ ਜ਼ਿਆਦਾ ਚਾਮਲਦੇ ਹਨ। ਉਹ ਸਹਿਜ ਵਿੱਚ ਰਹਿੰਦੇ ਹਨ। ਪਰ ਇਹਦੇ ਉਲਟ ਮਨਮੁਖ ਕਾ ਕਿਆ ਵਿਸਾਹਾ ਹੈ। ਮਨਮੁਖ ਦਾ ਜਿਹੜਾ ਹੈ ਉਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਕਦੀ ਵੀ ਸੁੱਖ ਕਰਕੇ ਵੀ ਡੋਲ ਸਕਦਾ ਹੈ ਅਤੇ ਦੁੱਖ ਕਰਕੇ ਵੀ ਡੋਲ ਸਕਦਾ ਹੈ। ਜਿਹੜਾ ਮਨੁੱਖ ਆਪਣੇ ਮਨ ਦਾ ਮੁਰੀਦ ਹੁੰਦਾ ਹੈ, ਮਾਇਆ ਦਾ ਮੁਰੀਦ ਹੁੰਦਾ ਹੈ, ਉਹ ਫਿਰ ਦੁੱਖਾਂ ਕਰਕੇ ਦੁਖੀ ਹੁੰਦਾ ਹੈ ਅਤੇ ਸੁੱਖ ਕਰਕੇ ਅਹੰਕਾਰੀ ਹੁੰਦਾ ਹੈ। ਸੁੱਖ ਕੋ ਮੰਗੈ ਸਭ ਕੋ। ਹਰ ਮਨੁੱਖ ਜਿਹੜਾ ਹੈ ਉਹ ਸੁੱਖ ਦੀ ਮੰਗ ਹੀ ਕਰਦਾ ਹੈ। ਸਾਡੀਆਂ ਅਰਦਾਸਾਂ ਵੀ ਇਹਦੇ ਲਈ ਹੁੰਦੀਆਂ। ਦੁੱਖ ਨਾ ਮੰਗੈ ਕੋਏ, ਦੁੱਖ ਤੇ ਕਦੀ ਵੀ ਕੋਈ ਨਹੀਂ ਮੰਗਦਾ। ਸਾਡੀ ਜਿੰਨੀ ਵਿਉਂਤਬੰਦੀ ਹੈ, ਜਿੰਨੀ ਪਲੈਨਿੰਗ ਹੈਗੀ ਹੈ, ਜਾਂ ਜਿੰਨਾ ਵੀ ਅਸੀਂ ਆਪਣਾ ਕੋਈ
ਦੁਨੀਆ ਵਿੱਚ ਵਿਚਰਦੇ ਹਾਂ, ਸੋਚਦੇ ਹਾਂ, ਕਰਮ ਕਰਦੇ ਹਾਂ, ਉਹ ਅਸੀਂ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਹਦੇ ਵਿੱਚੋਂ ਸੁੱਖ ਮਿਲੇ। ਅਸੀਂ ਦੁੱਖ ਪ੍ਰਾਪਤ ਕਰਨ ਲਈ ਕਦੀ ਵੀ ਕੋਈ ਉਦਮ ਨਹੀਂ ਕਰਦੇ। ਪਰ ਹੁੰਦਾ ਕੀ ਹੈ, ਕਿਉਂਕਿ ਭੁਲੇਖੇ ਵਿੱਚ ਹਾਂ, ਸਾਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਸਾਨੂੰ ਸੁੱਖ ਜ਼ਮੀਨ 'ਚੋਂ ਮਿਲੇਗਾ, ਪੈਸੇ 'ਚੋਂ ਮਿਲੇਗਾ, ਧੀਆਂ ਪੁੱਤਾਂ ਕੋਲੋਂ ਮਿਲੇਗਾ, ਤੇ ਇਹਨਾਂ ਸੁੱਖਾਂ ਵਾਸਤੇ ਹੀ ਅਸੀਂ ਦੌੜ ਭੱਜ ਕਰਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਹੁੰਦਾ ਕੀ ਹੈ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਜਿਹੜਾ ਮਾਇਆ ਦਾ ਮੁਰੀਦ ਹੈ, ਉਹਨੂੰ ਸੋਝੀ ਤੇ ਹੁੰਦੀ ਨਹੀਂ, ਸਮਝ ਹੁੰਦੀ ਨਹੀਂ। ਉਹ ਕੀ ਕਰਦਾ ਹੈ, ਉਹ ਜਿਹਨਾਂ ਚੀਜ਼ਾਂ ਪਿੱਛੇ ਦੌੜਦਾ ਹੈ, ਸੁੱਖ ਮਿਲੇਗਾ, ਉਹ ਸੁੱਖਾਂ ਤੋਂ ਉਹਨੂੰ ਕੀ ਮਿਲਦਾ ਹੈ, ਦੁੱਖ ਮਲਟੀਪਲਾਈ ਹੋ ਕੇ ਮਿਲਦਾ ਹੈ। ਅਗਲਾ ਮੈਨੇ ਬਹੁਤਾ ਕਰਕੇ, ਸੁੱਖ ਹੈ ਕੋ ਦੁੱਖ ਅਗਲਾ। ਜਿੰਨੇ ਸੁੱਖ, ਪਦਾਰਥਕ ਸੁੱਖ ਮਨੁੱਖ ਹਾਸਲ ਕਰਦਾ ਹੈ, ਉਨੇ ਹੀ ਕਈ ਗੁਣਾ ਹੋ ਕੇ ਦੁੱਖ ਜਿਹੜੇ ਨੇ ਉਹਨੂੰ ਪ੍ਰਾਪਤ ਹੁੰਦੇ ਹਨ। ਤੇ ਮਨਮੁਖ ਬੂਝ ਨਾ ਪਾਏ। ਜਿਹੜਾ ਮਨ ਦਾ ਮੁਰੀਦ ਹੈ, ਉਹ ਇਸੀ ਵਿਸ਼ੇ ਸਾਈਕਲ ਵਿੱਚ ਇਸੀ ਜੰਜਾਲ ਵਿੱਚ ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਉਹ ਗੁਰੂ ਕੋਲੋਂ ਸੋਝੀ ਨਹੀਂ ਪ੍ਰਾਪਤ ਕਰਦਾ। ਉਹ ਸਮਝਦਾ ਕਿ ਮੈਂ ਬੜਾ ਸਿਆਣਾ ਹੈਗਾ, ਮੈਂ ਜੇ ਹੁਣ ਲੱਖਪਤੀ ਹਾਂ ਤੇ ਜ਼ਿਆਦਾ ਘੱਟ ਸੁਖੀ ਹਾਂ, ਜੇ ਮੈਂ ਕਰੋੜਪਤੀ ਹੋ ਜਾਵਾਂਗਾ ਤੇ ਜ਼ਿਆਦਾ ਸੁਖੀ ਹੋ ਜਾਵਾਂਗਾ, ਜੇ ਮੈਂ ਇਹ ਕਰਾਂਗਾ ਤੇ ਤਾਂ ਸੁਖੀ ਹੋ ਜਾਵਾਂਗਾ, ਜੇ ਮੈਂ ਉਹ ਕਰਾਂਗਾ ਤੇ ਜ਼ਿਆਦਾ ਸੁਖੀ ਹੋ ਜਾਵਾਂਗਾ। ਪਰ ਇਸ ਤਰ੍ਹਾਂ ਕਰਦੇ ਕਰਦੇ ਸੁੱਖਾਂ ਦੁੱਖਾਂ ਵਿੱਚ ਉਹਦੀ ਸਾਰੀ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ। ਤੇ ਗੁਰੂ ਸਾਹਿਬ ਅੱਗੇ ਕੀ ਸਮਝਾਉਂਦੇ ਹਨ, ਸੁੱਖ ਦੁੱਖ ਸਮਕਰ ਜਾਣੀਐ, ਸ਼ਬਦ ਭੇਦ ਸੁੱਖ ਹੋਏ। ਹੁਣ ਜਿਹੜਾ ਇਹ ਸੁੱਖ ਹੈ ਥੱਲੇ, ਇਹਦੇ ਸੁੱਖ ਦੇ ਖੱਖੇ ਨੂੰ ਔਂਕੜ ਹੈ, ਅਰਥਾਤ ਇੱਕ ਸੁੱਖ, ਸਦੀਵੀ ਸੁੱਖ, ਜਿਹੜਾ ਕਦੀ ਮੁੱਕਦਾ ਨਹੀਂ। ਕਹਿੰਦਾ ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਵਿੰਨਿਆ ਜਾਂਦਾ ਹੈ, ਜਦੋਂ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਫਿਰ ਉਹ ਮਨੁੱਖ ਜਿਹੜੇ ਦੁਨਿਆਵੀ ਸੁੱਖ ਨੇ, ਦੁਨਿਆਵੀ ਲਾਹਾ ਤੋਟਾ ਹੈ, ਦੁਨਿਆਵੀ ਜਨਮ ਮਰਨ ਹੈ, ਉਸ ਨੂੰ ਉਹ ਫਿਰ ਬਰਾਬਰ ਕਰਕੇ, ਸਮ ਕਰਕੇ, ਮੈਨੇ ਬਰਾਬਰ, ਸੁੱਖ ਦੁੱਖ ਸਮ ਕਰ ਜਾਣੀ ਹੈ, ਸ਼ਬਦ ਭੇਦ ਸੁੱਖ ਹੋਏ। ਜਦੋਂ ਮਨੁੱਖ ਦਾ ਮਨ ਸ਼ਬਦ ਵਿੱਚ ਵਿੰਨਿਆ ਜਾਂਦਾ ਹੈ, ਉਹ ਫਿਰ ਸੁੱਖ ਦੁੱਖ ਵਿੱਚ ਬਰਾਬਰ ਰਹਿੰਦਾ ਹੈ, ਤੇ ਇਸ ਢੰਗ ਦੇ ਨਾਲ ਉਹਨੂੰ ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜਿਉ। ਇਹ ਜਿਹੜਾ ਮਨ ਹੈਗਾ, ਰੋਜ਼ ਰੋਜ਼ ਨਵੇਂ ਨਵੇਂ ਚਾਅ ਮਲਾਰ ਕਰਦਾ ਹੈ। ਕਦੀ ਬਰਥਡੇ ਪਾਰਟੀ, ਕਦੀ ਐਨੀਵਰਸਰੀ ਪਾਰਟੀ, ਕਦੀ ਇਹ ਵਾਲੀ ਪਾਰਟੀ, ਕਦੀ ਉਹ ਵਾਲੀ ਪਾਰਟੀ, ਕਦੀ ਇਹ ਖਾ ਲਓ, ਕਦੀ ਇਹ ਪਾ ਲਓ, ਕਦੀ ਇਹ ਹੰਡਾ ਲਓ, ਕਦੀ ਇਹ ਸ਼ਾਪਿੰਗ ਕਰ ਲਓ। ਬਸ ਇਹੀ ਇਹਨਾਂ ਵਿੱਚ ਹੀ ਰੁੱਝਿਆ ਰਹਿੰਦਾ ਹੈ। ਤੇ ਨਿਤ ਨਿਤ ਮੰਗੈ ਸੁਖ ਜਿਉ, ਤੇ ਹਮੇਸ਼ਾ ਹੀ ਮੰਗਾ ਮੰਗਦਾ ਹੈ ਕਿ ਮੇਰੀ ਸਰੀਰ ਨੂੰ ਹੁਣ ਇਹ ਸੁੱਖ ਮਿਲਣਾ ਚਾਹੀਦਾ ਹੈ, ਹੁਣ ਇਹ ਸਵਾਦ ਮਿਲਣਾ ਚਾਹੀਦਾ ਹੈ, ਹੁਣ ਮੈਨੂੰ ਇਹ ਚਾਹੀਦਾ ਹੈ, ਮੈਨੂੰ ਇਹ ਚਾਹੀਦਾ ਹੈ। ਪਰ ਕਹਿੰਦੇ ਕਰਤਾ ਚਿਤ ਨਾ ਆਵੇ, ਫਿਰ ਫਿਰ ਲੱਗੇ ਦੁੱਖ ਜਿਉ। ਉਹ ਸਾਰੇ ਯਤਨ ਸੁੱਖ ਪ੍ਰਾਪਤ ਕਰਨ ਲਈ ਕਰਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਅਸਲ ਗੱਲ ਇਹ ਵੀ ਕਿ ਜਦੋਂ ਤਾਈਂ ਉਹਦੇ ਚਿੱਤ ਵਿੱਚ ਕਰਤਾ ਨਹੀਂ ਆਉਂਦਾ, ਅਕਾਲ ਪੁਰਖ ਪਰਮਾਤਮਾ ਦਾ ਨਾਮ ਉਹ ਚੇਤੇ ਨਹੀਂ ਕਰਦਾ, ਉਹਨੂੰ ਮੁੜ ਮੁੜ ਕੇ ਫਿਰ ਫਿਰ ਲੱਗੇ ਦੁੱਖ ਜਿਉ। ਉਹਨੂੰ ਦੁੱਖ ਜਿਹੜੇ ਨੇ ਉਹ ਸੰਤਾਪਦੇ ਰਹਿੰਦੇ ਨੇ, ਦੁਖੀ ਕਰਦੇ ਰਹਿੰਦੇ ਨੇ। ਪਰ ਇਸ ਦੇ ਉਲਟ ਦੂਜਾ ਰਸਤਾ ਕਿਹੜਾ ਗੁਰਮੁਖਾਂ ਵਾਲਾ, ਸੁੱਖ ਦੁੱਖ ਦਾਤਾ ਮਨ ਵਸੈ। ਜਿਹਦੇ ਮਨੁੱਖ ਵਿੱਚ ਸੁੱਖਾਂ ਦਾ ਦੁੱਖਾਂ ਦਾ ਦਾਤਾ ਵਸ ਜਾਂਦਾ ਹੈ, ਤਿਤ ਤਨ ਕੈਸੀ ਭੁੱਖ ਜਿਉ। ਉਹਨੂੰ ਫਿਰ ਸਾਰੀ ਭੁੱਖਾਂ ਉਹਦੀਆਂ, ਮੈਨੂੰ ਇਹ ਮਿਲ ਜਾਏ, ਮੈਂ ਇਹ ਖਾ ਲਵਾਂ, ਮੈਂ ਇਹ ਪਾ ਲਵਾਂ, ਮੈਨੂੰ ਇਹ ਪ੍ਰਾਪਤ ਹੋ ਜਾਏ, ਉਹਨੂੰ ਰੱਜ ਆ ਜਾਂਦਾ ਹੈ। ਉਹਦੀ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਦੋਂ ਉਸਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇੱਕ ਅਕਾਲ ਪੁਰਖ ਪਰਮਾਤਮਾ ਹੀ ਸੁੱਖਾਂ ਦਾ ਅਤੇ ਦੁੱਖਾਂ ਦਾ ਦਾਤਾ ਹੈ, ਜਦੋਂ ਉਹਦੇ ਗੁਣ ਗਾਣੇ ਸ਼ੁਰੂ ਕਰ ਦਿੰਦਾ ਹੈ, ਉਹਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ, ਫਿਰ ਇਸ ਦੀ ਸਾਰੀ ਤ੍ਰਿਸ਼ਨਾ, ਸਾਰੀ ਭਟਕਣਾ ਖਤਮ ਹੋ ਜਾਂਦੀ ਹੈ। ਹਰਖ ਸੋਗ ਕਾ ਨਗਰ ਇਹ ਕੀਆ। ਨਗਰ ਮੈਨੇ ਹੁੰਦਾ ਪਿੰਡ, ਸ਼ਹਿਰ। ਗੁਰੂ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਨੇ ਇਸ ਸਰੀਰ ਨੂੰ ਹਰਖ ਤੇ ਸੋਗ, ਹਰਖ ਮੈਨੇ ਖੁਸ਼ੀ, ਸੋਗ ਮੈਨੇ ਗਮੀ, ਪਰਮਾਤਮਾ ਨੇ ਇਸ ਸਰੀਰ ਨੂੰ ਖੁਸ਼ੀ ਤੇ ਗਮੀ ਦਾ ਇੱਕ ਪਿੰਡ ਬਣਾ ਦਿੱਤਾ ਹੈ, ਸ਼ਹਿਰ ਬਣਾ ਦਿੱਤਾ ਹੈ। ਸੇ ਉਬਰੇ ਜੋ ਸਤਿਗੁਰ ਸਰਣੀਆ। ਪਰ ਇਸ ਸੁੱਖ ਦੁੱਖ ਦੇ ਉਥਲ ਪੁਥਲ ਚੋਂ, ਟੋਇਆਂ ਟਿੱਬਿਆਂ ਵਿੱਚੋਂ, ਉਤਾਰ ਚੜਾਅ ਵਿੱਚੋਂ ਬਚ ਕੇ ਉਹੀ ਨਿਕਲਦਾ ਹੈ ਜੋ ਸਤਿਗੁਰੂ ਦੀ ਸ਼ਰਨ ਤੱਕਦਾ ਹੈ। ਸਤਿਗੁਰੂ ਦੀ ਸ਼ਰਨ ਤੱਕਣ ਦਾ ਮਤਲਬ ਹੈ ਜੋ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ ਹੈ, ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਤ੍ਰਿਹਾਂ ਗੁਣਾਂ ਤੇ ਰਹਿ ਨਿਰਾਰਾ। ਉਹ ਮਾਇਆ ਦੇ ਤਿੰਨੋਂ ਗੁਣਾਂ ਤੋਂ ਨਿਰਾਰਾ ਮੈਨੇ ਨਿਆਰਾ, ਨਿਰਲੇਪ ਹੋ ਕੇ ਰਹਿੰਦਾ ਹੈ। ਦੁਨੀਆ ਦੇ ਮਾਨ ਸਨਮਾਨ ਤੋਂ ਬਚ ਕੇ ਰਹਿੰਦਾ ਹੈ, ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਜਾਂਦਾ ਹੈ, ਮਾਇਆ ਦੀ ਦੌੜ ਨੂੰ ਛੱਡ ਦਿੰਦਾ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ ਜਿਹੜੇ ਹੈਗੇ ਨੇ,
ਰਜੋ ਗੁਣੋ ਸਤੋ ਗੁਣਾ ਤੋਂ ਬਚ ਜਾਂਦਾ ਹੈ, ਕਰਮ ਕਾਂਡਾਂ ਤੋਂ ਪਰੇ ਹੋ ਜਾਂਦਾ ਹੈ, ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਣ ਵਿੱਚ ਲੀਨ ਰਹਿੰਦਾ ਹੈ, ਸੋ ਗੁਰਮੁਖ ਸੋਭਾ ਪਾਏਦਾ। ਇਹੋ ਜਿਹਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਗੁਰਮੁਖ ਲੋਕ ਪਰਲੋਕ ਵਿੱਚ ਸ਼ੋਭਾ ਪ੍ਰਾਪਤ ਕਰਦਾ ਹੈ, ਇੱਜ਼ਤ ਪ੍ਰਾਪਤ ਕਰਦਾ ਹੈ। ਲਿਉ ਲਿਉ ਕਰਤ ਫਿਰੈ ਸਭ ਲੋਗ। ਲਿਉ ਲਿਉ ਮੈਨੇ ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ, ਮਤਲਬ ਮਾਇਆ ਇਕੱਠੀ ਕਰੀ ਜਾਵਾਂ। ਹੁਣ ਮੈਂ ਮਿਲੀਨੀਅਰ ਬਣ ਜਾਵਾਂ, ਹੁਣ ਮੈਂ ਬ੍ਰਿਲੀਅਨੀਅਰ ਬਣ ਜਾਵਾਂ, ਹੁਣ ਮੈਂ ਟ੍ਰਿਲੀਅਨੀਅਰ ਬਣ ਜਾਵਾਂ। ਅੱਜ ਕੱਲ੍ਹ ਤਾਂ ਇਹਦਾ ਤਾਂ ਬਹੁਤ ਜ਼ਿਆਦਾ ਖਬਰਾਂ ਵਿੱਚ ਵੀ ਹਰ ਵੇਲੇ ਇਹੀ ਹੁੰਦਾ, ਬੰਦੇ ਵੀ ਇਹੀ ਪੜ੍ਹਦੇ ਨੇ। ਸੋ ਜਿੱਦਾਂ ਦਾ ਅਸੀਂ ਪੜ੍ਹਦੇ ਹਾਂ, ਜਿੱਦਾਂ ਦੇ ਸੁਣਦੇ ਹਾਂ, ਸਾਡੀ ਘਾੜਤ ਉੱਦਾਂ ਹੀ ਘੜੀ ਜਾਂਦੀ ਹੈ। ਗੁਰੂ ਦੀ ਬਾਣੀ ਨੂੰ ਤਾਂ ਅਸੀਂ ਪੜ੍ਹਦੇ ਨਹੀਂ ਹੈਗੇ, ਉਹਨੂੰ ਤਾਂ ਸਿਰਫ ਮੱਥਾ ਟੇਕਦੇ ਹਾਂ। ਪੜ੍ਹਦੇ ਤਾਂ ਅਸੀਂ ਹੋਰ ਹਾਂ, ਜਿਹੜੇ ਵੀ ਫੋਰਬਸ ਵਿੱਚ ਕੀ ਲਿਖਿਆ ਹੈ, ਕਿਹੜਾ ਬੰਦਾ ਕਿੰਨਾ ਮਿਲੀਅਨ ਦਾ ਮਾਲਿਕ ਬਣ ਗਿਆ, ਕਿੰਨਾ ਟ੍ਰਿਲੀਅਨ ਦਾ ਮਾਲਿਕ ਬਣ ਗਿਆ, ਅਸੀਂ ਇਹੀ ਗੱਲਾਂ ਪੜ੍ਹਦੇ ਹਾਂ ਅਤੇ ਸਾਡੀ ਸੁਰਤੀ ਵੀ ਉੱਦਾਂ ਦੀ ਹੋ ਜਾਂਦੀ ਹੈ। ਫਿਰ ਕਹਿੰਦੇ ਲਿਉ ਲਿਉ ਕਰਤ ਫਿਰੈ ਸਭ ਲੋਕ, ਸਾਰੀ ਦੁਨੀਆ ਸਾਰਾ ਜਗਤ ਲੈ ਲਵਾਂ ਲੈ ਲਵਾਂ, ਇਕੱਠਾ ਕਰ ਲਵਾਂ ਇਕੱਠਾ ਕਰ ਲਵਾਂ, ਇਹਦੇ ਚੱਕਰ 'ਚ ਹੀ ਫਸਿਆ ਹੋਇਆ ਹੈ। ਤਾਂ ਕਾਰਨ ਵਿਆਪੈ ਸਭ ਬਹੁ ਸੋਗ। ਪਰ ਇਹਦੇ ਕਰਕੇ, ਇਹ ਲਿਉ ਲਿਉ ਕਰਨ ਕਰਕੇ ਲੋਕਾਂ ਨੂੰ ਬੜੀਆਂ ਚਿੰਤਾਵਾਂ, ਬੜੇ ਫਿਕਰ ਅਤੇ ਬੜੇ ਦੁੱਖ ਵਿਆਪਦੇ ਨੇ। ਲక్ష్ਮੀ ਬਰ, ਹੁਣ ਇਹ ਧਿਆਨ ਨਾਲ ਦੇਖੋ, ਲక్ష్ਮੀ ਮੈਨੇ ਲక్ష్ਮੀ ਦੇਵੀ, ਬਰ ਮੈਨੇ ਪਤੀ। ਲక్ష్ਮੀ ਬਰ ਅਰਥਾਤ ਲక్ష్ਮੀ ਦਾ ਪਤੀ, ਅਰਥਾਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਖੁਦਾ, ਰੱਬ, ਅੱਲਾ। ਲక్ష్ਮੀ ਬਰ ਸਿਉ, ਲక్ష్ਮੀ ਦੇ ਪਤੀ ਦੇ ਨਾਲ ਜੋ ਲਿਉ ਲਾਵੈ, ਲਿਉ ਮੈਨੇ ਲਿਵ। ਪਰ ਜਿਹੜਾ ਮਨੁੱਖ ਲక్ష్ਮੀ ਦੇ ਪਤੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨਾਲ ਆਪਣੀ ਲਿਵ ਲਾ ਲੈਂਦਾ ਹੈ, ਫਿਰ ਕੀ ਹੁੰਦਾ? ਸੋਗ ਮਿਟੈ, ਉਹਦਾ ਸਾਰਾ ਦੁੱਖ ਕਲੇਸ਼ ਕਲਹਿ ਖਤਮ ਹੋ ਜਾਂਦਾ ਹੈ ਅਤੇ ਸਭ ਹੀ ਸੁੱਖ ਪਾਵੈ, ਉਹਨੂੰ ਉਸ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਇਹ ਰਸਤਾ ਹੈ ਗੁਰਮਤਿ ਦਾ। ਅੱਗੇ ਸਮਝਾਉਂਦੇ ਨੇ ਗੁਰੂ ਸਾਹਿਬ, ਜੁਗਤੀਆਂ ਸਮਝਾਉਂਦੇ ਨੇ ਸਾਨੂੰ। ਸੰਪੈ ਦੇਖਣਾ ਹਰਖੀ ਹੈ। ਆਮ ਜਿਹੜਾ ਮਨੁੱਖ ਹੈ, ਐਵਰੇਜ ਜਿਹੜਾ ਮਨ ਦਾ ਮੁਰੀਦ ਹੈ, ਉਹ ਕਹਿੰਦਾ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਤਾਕਤਵਰ ਹਾਂ, ਮੇਰੇ ਕੋਲ ਬੜੀਆਂ ਡਿਗਰੀਆਂ ਨੇ, ਮੈਨੂੰ ਗੁਰਬਾਣੀ ਦੀ ਲੋੜ ਨਹੀਂ, ਮੈਨੂੰ ਸਭ ਪਤਾ ਹੈ। ਅਤੇ ਉਹ ਕੀ ਕਰਦਾ ਹੈ? ਉਹ ਜ਼ਿਆਦਾਤਰ ਕਿਵੇਂ ਬਿਹੇਵ ਕਰਦਾ ਹੈ? ਜਦੋਂ ਉਹਦੀ ਪ੍ਰਮੋਸ਼ਨ ਹੁੰਦੀ ਹੈ ਬੜਾ ਖੁਸ਼ ਹੁੰਦਾ ਹੈ ਨਾ, ਜਦੋਂ ਘਰ ਵੱਡਾ ਬਣ ਜਾਂਦਾ ਬੜਾ ਖੁਸ਼ ਹੁੰਦਾ ਹੈ, ਨਵੀਂ ਗੱਡੀ ਲੈਂਦਾ ਬੜਾ ਖੁਸ਼ ਹੁੰਦਾ ਹੈ, ਕਿਤੇ ਪ੍ਰੋਫਿਟ ਹੋ ਜਾਂਦਾ ਬੜਾ ਖੁਸ਼ ਹੁੰਦਾ ਹੈ, ਕਿਤੇ ਉਹਦਾ ਪਲਾਟ ਜਿਹੜਾ ਉਹਨੇ 4-5 ਸਾਲ ਪਹਿਲੇ ਲਿਆ ਹੁੰਦਾ ਉਹ ਦੁੱਗਣਾ ਤਿਗਣਾ ਉਹਦੀ ਕੀਮਤ ਹੋ ਜਾਂਦੀ, ਬੜਾ ਖੁਸ਼ ਹੁੰਦਾ ਹੈ। ਅਤੇ ਫਿਰ ਜਦੋਂ ਡਾਊਨ ਹੋ ਜਾਂਦਾ ਫਿਰ ਦੁਖੀ ਵੀ ਉਨਾ ਹੀ ਹੁੰਦਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਜੁਗਤੀ ਕਿਹੜੀ ਹੈ? ਉਹ ਗੁਰਬਾਣੀ ਇਸ ਤਰ੍ਹਾਂ ਸਮਝਾਉਂਦੀ ਹੈ, ਸੰਪੈ ਦੇਖਣਾ ਹਰਖੀ ਹੈ। ਹਰਖੀ ਹੈ ਮੈਨੇ ਖੁਸ਼ ਹੋਣਾ, ਸੰਪੈ ਮੈਨੇ ਸੰਪਦਾ। ਕਹਿੰਦੇ ਪੈਸਾ ਆਉਂਦਾ ਦੇਖ ਕੇ ਖੁਸ਼ ਨਾ ਹੋਈਏ। ਹੁਣ ਇਹ ਜੁਗਤੀ ਹੈ। ਅਸੀਂ ਗੁਰਬਾਣੀ ਨੂੰ ਸਿਰਫ ਮੱਥਾ ਥੋੜ੍ਹੀ ਟੇਕਣਾ, ਅਸੀਂ ਗੁਰਬਾਣੀ ਵਿੱਚੋਂ ਜੀਵਨ ਜਾਚ ਸਿੱਖਣੀ ਹੈ। ਆਮ ਦੁਨੀਆ ਤਾਂ ਬੜੀ ਖੁਸ਼ ਹੁੰਦੀ, ਕਹਿੰਦੇ ਭਾਜੀ ਪਾਰਟੀ ਹੋਣੀ ਚਾਹੀਦੀ ਹੈ, ਉਹ ਫਿਰ ਬੋਤਲਾਂ ਖੋਲ੍ਹ ਲੈਂਦੇ ਨੇ ਹੈ ਨਾ, ਤਰਥੱਲੀ ਮੱਚਦੀ ਹੈ, ਬੜਕਾ ਮਾਰਦੇ ਨੇ, ਅਹੰਕਾਰ 'ਚ ਆ ਜਾਂਦੇ ਨੇ। ਫਿਰ ਕਹਿੰਦੇ ਚਲੋ ਹੁਣ ਗੱਡੀ 'ਤੇ ਰਾਈਡ ਲੈਣ ਚੱਲਦੇ ਹਾਂ, ਫਿਰ ਪੀ ਕੇ ਗੱਡੀ ਚਲਾਉਂਦੇ ਨੇ, ਐਕਸੀਡੈਂਟ ਵੀ ਹੋ ਜਾਂਦਾ, ਮਰ ਵੀ ਜਾਂਦੇ ਨੇ। ਉਹੀ ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਪਰ ਜਿਹੜਾ ਗੁਰਮੁਖ ਹੈ ਉਹ ਕੀ ਕਰਦਾ ਹੈ? ਉਹ ਜਦੋਂ ਇਹੋ ਜਿਹੀ ਕੋਈ ਖੁਸ਼ੀ ਦੀ ਗੱਲ ਆਉਂਦੀ ਹੈ, ਉਹ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ, ਸ਼ੁਕਰਾਨਾ ਕਰਦਾ ਹੈ ਅਤੇ ਵਾਹਿਗੁਰੂ ਨੂੰ ਕਹਿੰਦਾ ਹੈ, ਸੱਚੇ ਪਾਤਸ਼ਾਹ ਮੈਨੂੰ ਅਹੰਕਾਰ ਤੋਂ ਬਚਾ ਕੇ ਰੱਖੀ। ਅਤੇ ਕਹਿੰਦੇ ਸੰਪੈ ਦੇਖਣਾ ਹਰਖੀ ਹੈ। ਹੁਣ ਜਿੰਨਾ ਜ਼ਿਆਦਾ ਬੰਦਾ ਖੁਸ਼ੀ ਵਿੱਚ ਖੁਸ਼ ਹੋਏਗਾ, ਉਹ ਖੁਸ਼ੀ ਦੇ ਜਾਣ 'ਤੇ ਉਨਾ ਜ਼ਿਆਦਾ ਹੀ ਦੁਖੀ ਹੋਏਗਾ। ਕਿਉਂਕਿ ਜਿੰਨਾ ਉੱਚੇ ਜਾਓਗੇ, ਜਿੰਨੀ ਉਚਾਈ ਤੋਂ ਥੱਲੇ ਡਿੱਗੋਗੇ ਸੱਟ ਉਨੀ ਜ਼ਿਆਦਾ ਲੱਗੇਗੀ। ਅਗਰ ਬੰਦਾ 1 ਫੁੱਟ ਤੋਂ ਥੱਲੇ ਡਿੱਗਦਾ ਸੱਟ ਘੱਟ ਲੱਗਦੀ ਹੈ, ਉਹੀ ਬੰਦਾ 10 ਫੁੱਟ ਤੋਂ 20 ਫੁੱਟ ਤੋਂ ਥੱਲੇ ਡਿੱਗਦਾ ਉਹ ਸੱਟ ਜ਼ਿਆਦਾ ਲੱਗਦੀ ਹੈ। ਕੁਦਰਤੀ ਗੱਲ ਹੈ। ਸੋ ਗੁਰੂ ਸਾਹਿਬ ਸਮਝਾਉਂਦੇ ਹਨ, ਸੰਪੈ ਦੇਖਣਾ ਹਰਖੀ ਹੈ। ਸੁੱਖ ਆਉਂਦਾ ਦੇਖ ਕੇ, ਸੰਪਦਾ ਦੇਖ ਕੇ ਖੁਸ਼ ਨਹੀਂ ਹੋਣਾ ਚਾਹੀਦਾ। ਵਿਪਤ ਦੇਖ ਨਾ ਰੋਏ। ਅਤੇ ਵਿਪਦਾ ਦੇਖ ਕੇ, ਕਦੀ ਮੁਸੀਬਤ ਆ ਜਾਏ, ਔਖਾ ਵੇਲਾ ਆ ਜਾਏ, ਮੁਸ਼ਕਿਲ ਆ ਜਾਏ, ਅਤੇ ਦੁਖੀ ਨਹੀਂ ਹੋਣਾ ਚਾਹੀਦਾ। ਵਿਪਤ ਦੇਖ ਨਾ ਰੋਏ, ਰੋਂ ਰੋਂ ਨਹੀਂ ਕਰਨੀ ਚਾਹੀਦੀ, ਉਲਾਮੇ ਨਹੀਂ ਦੇਣੇ ਚਾਹੀਦੇ। ਕਿਉਂ? ਜਿਉਂ ਸੰਪੈ ਤਿਉਂ ਵਿਪਤ ਹੈ, ਵਿਦ ਨੇ ਰਚਿਆ ਸੋ ਹੋਏ। ਇਹ ਅਕਾਲ ਪੁਰਖ ਪਰਮਾਤਮਾ ਦੇ ਰਚਨਾ ਦੀ ਖੇਡ ਹੈ, ਅਤੇ ਪਰਮਾਤਮਾ ਨੇ ਜੋ ਰਚਿਆ ਹੈ ਉਹ ਹੋ ਕੇ ਰਹਿੰਦਾ ਹੈ। ਅਤੇ ਜਿਹੜੇ ਗੁਰਮੁਖ ਨੇ ਉਹ ਇਹ ਗੱਲ ਸਮਝ ਲੈਂਦੇ ਨੇ, ਜਿਵੇਂ ਸੰਪਦਾ ਹੈ ਉਵੇਂ ਹੀ ਵਿਪਤ ਹੈ, ਅਰਥਾਤ ਜਿਵੇਂ ਸੁੱਖ ਹੈ ਉਵੇਂ ਹੀ ਦੁੱਖ ਹੈ। ਉਹ ਦੋਨੋਂ ਹਾਲਤਾਂ ਵਿੱਚ ਅਡੋਲ ਰਹਿੰਦੇ ਹਨ। ਸੁਖ ਸੰਪਤ ਕੋ ਆਵਤ ਦੇਖੈ, ਸਾਕਤ ਮਨ ਅਭਿਮਾਨ ਭਿਆ। ਸਾਕਤ ਕੌਣ ਹੁੰਦਾ ਹੈ? ਮਨਮੁਖ। ਹੁਣ ਉਹਦਾ ਵਰਤਾਰਾ ਕਿੱਦਾਂ ਹੈ?
ਸੁਖ ਸੰਪਤ ਕੋ ਆਵਤ ਦੇਖਿਆ। ਜਦੋਂ ਮਨੁੱਖ ਸੁਖ ਨੂੰ, ਸੰਪਦਾ ਨੂੰ, ਸਾਕਤ ਮਨੁੱਖ ਜਿਹੜਾ ਹੈ, ਮਨਮੁਖ ਹੈ, ਉਹ ਇਹਨਾਂ ਨੂੰ ਆਉਂਦੇ ਦੇਖਦਾ ਹੈ ਤੇ ਮਨ ਅਭਿਮਾਨ ਵਿਆ, ਉਹਦੇ ਮਨ 'ਚ ਅਹੰਕਾਰ ਆ ਜਾਂਦਾ ਹੈ, ਬੜਾ ਗਰਵ ਮਹਿਸੂਸ ਕਰਦਾ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ, ਜਬ ਕਿਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸੋ ਹੀ ਹਾਲ ਹੈ। ਸੰਕਟ ਸਾਕਤ ਮਨ ਅਭਿਮਾਨ ਭਇਆ, ਸਾਕਤ ਦੇ ਮਨ ਵਿੱਚ ਅਭਿਮਾਨ ਆ ਜਾਂਦਾ ਹੈ। ਪਰ ਜਿਸ ਕਾ ਇਹ ਧਨ ਧਨ ਸੋ ਫਿਰ ਲੇਵੈ, ਪਰ ਜਿਸ ਅਕਾਲ ਪੁਰਖ ਨੇ ਧਨ ਤੇ ਧਨ ਦਿੱਤਾ ਹੈ, ਉਹਨੇ ਤੇ ਮੁੜ ਕੇ ਲੈ ਹੀ ਲੈਣਾ ਹੈ। ਅੰਤਰ ਸਹਿਸਾ ਦੁੱਖ ਪਿਆ, ਇਹ ਉਹਦੇ ਅੰਤਰ ਖਾਤੇ ਉਹਨੂੰ ਵੀ ਪਤਾ ਹੁੰਦਾ ਹੈ। ਉਹਦੇ 'ਚ ਫਿਰ ਡਰ ਪੈਦਾ ਹੋ ਜਾਂਦਾ ਹੈ ਵੀ ਜਿਹੜੇ ਸੁੱਖ ਸੰਪਦਾ ਆਈ ਹੈ ਹੁਣ ਕਿਤੇ ਖੁੱਸ ਨਾ ਜਾਵੇ। ਜਦੋਂ ਉਹਦੇ ਨਾਲ ਪਿਆਰ ਪਾ ਲੈਂਦਾ ਹੈ, ਉਹਦੇ ਨਾਲ ਮੋਹ ਪੈ ਜਾਂਦਾ ਹੈ ਉਹਦਾ ਸੁੱਖ ਸੰਪਦਾ ਦੇ ਨਾਲ, ਫਿਰ ਨਾਲ ਹੀ ਇੱਕ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਕਿਤੇ ਇਹ ਘਟ ਨਾ ਜਾਵੇ ਜਾਂ ਮੇਰੇ ਹੱਥੋਂ ਦੀ ਖਿਸਕ ਨਾ ਜਾਵੇ। ਤੇ ਉਹਦੇ ਅੰਦਰ ਸਹਿਸਾ, ਸੰਸਾ, ਅੰਦੇਸਾ, ਚਿੰਤਾ, ਫਿਕਰ ਦਾ ਦੁੱਖ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਸਾਨੂੰ ਰਸਤਾ ਬੜਾ ਵਧੀਆ ਦੱਸਦੇ ਨੇ, ਕਹਿੰਦੇ ਦੁੱਖਨ ਗਾਵੋਂ ਸੁਖ ਵੀ ਗਾਵੋਂ। ਐ ਨਹੀਂ ਕਿ ਦੁੱਖ ਵਿੱਚ ਢੇਰੀ ਢਾ ਕੇ ਬਹਿ ਗਏ ਤੇ ਸੁੱਖ ਵਿੱਚ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰਮੁਖਾਂ ਦਾ ਰਸਤਾ ਦੁਨੀਆ ਵਾਲਾ ਨਹੀਂ ਹੈਗਾ। ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਗੁਰੂ ਭਗਤਾਂ ਕੀ ਚਾਲ ਨਿਰਾਲੀ, ਸਾਡੀ ਚਾਲ ਨਿਰਾਲੀ ਹੈ। ਅਸੀਂ ਉਹ ਨਹੀਂ ਕਰਨਾ ਜੋ ਦੁਨੀਆ ਕਰਦੀ ਹੈ। ਜਦੋਂ ਸੁੱਖ ਆਵੇ ਤਾਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ, ਜਦੋਂ ਦੁੱਖ ਆਵੇ ਤਾਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ। ਆਪਣਾ ਸੰਤੁਲਨ ਜਿਹੜਾ ਹੈ ਉਹ ਬਣਾ ਕੇ ਰੱਖਣਾ ਹੈ। ਤੇ ਉਹਦਾ ਤਰੀਕਾ ਕੀ ਹੈ? ਦੁੱਖਨ ਗਾਵੋਂ ਸੁਖ ਵੀ ਗਾਵੋਂ। ਇਹ ਨਹੀਂ ਕਿ ਘਰ ਨਿਆਣਾ ਹੋਇਆ ਤੇ ਢੋਲ ਵਾਲੇ ਬੁਲਾ ਲਏ, ਬੋਤਲਾਂ ਖੋਲ੍ਹ ਲਈਆਂ ਤੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨੌਕਰੀ ਮਿਲ ਗਈ, ਕੈਨੇਡਾ ਦਾ ਵੀਜ਼ਾ ਮਿਲ ਗਿਆ ਤੇ ਬੰਦੇ ਇੱਕਦਮ ਆਪੇ ਤੋਂ ਬਾਹਰ ਹੀ ਹੋ ਜਾਂਦੇ ਨੇ। ਇਹ ਜਿਹੜੇ ਤਰੀਕੇ ਨੇ ਇਹ ਗੁਰਮੁਖਾਂ ਵਾਲੇ ਤਰੀਕੇ ਨਹੀਂ ਹੈਗੇ। ਸੋ ਗੁਰੂ ਸਾਹਿਬ ਕਹਿੰਦੇ ਨੇ ਦੁੱਖਨ ਗਾਵੋਂ, ਮੈਂ ਦੁੱਖ ਵਿੱਚ ਵੀ ਤੈਨੂੰ ਗਾਉਣਾ ਹਾਂ, ਸੁਖ ਵੀ ਗਾਵੋਂ, ਸੁਖ ਵਿੱਚ ਵੀ ਮੈਂ ਤੈਨੂੰ ਹੀ ਗਾਉਣਾ ਹਾਂ, ਤੇਰੀ ਆਰਾਧਨਾ ਕਰਦਾ ਹਾਂ। ਮਾਰਗ ਪੰਥ ਸਮਾਰੀ, ਤੇ ਰਸਤੇ ਤੇ ਤੁਰਦੇ ਹੋਏ, ਮਾਰਗ ਤੇ ਤੁਰਦੇ ਫਿਰਦੇ ਸਫ਼ਰ ਕਰਦੇ ਹੋਏ ਵੀ ਮੈਂ ਤੈਨੂੰ ਸੰਭਾਲ ਕੇ ਤੈਨੂੰ ਚੇਤੇ ਰੱਖਦਾ ਹਾਂ। ਹੇ ਵਾਹਿਗੁਰੂ, ਤੇਰੀ ਯਾਦ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਹਾਂ। ਨਾਮ ਦ੍ਰਿੜ ਗੁਰ ਮਨ ਮਹਿ ਦੀਆ, ਮੇਰੇ ਗੁਰੂ ਨੇ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਦ੍ਰਿੜ ਕਰ ਦਿੱਤਾ ਹੈ, ਪੱਕਾ ਕਰ ਦਿੱਤਾ ਹੈ। ਤੇ ਮੋਰੀ ਤਿਸਾ ਬੁਝਾਰੀ, ਤਿਸਾ ਮੈਨੇ ਤ੍ਰਿਸ਼ਨਾ ਤੇ ਬੁਝਾਰੀ ਮੈਨੇ ਬੁਝ ਗਈ। ਤੇ ਮੇਰੀ ਸਾਰੀ ਤ੍ਰਿਸ਼ਨਾ ਦੀ ਅੱਗ ਜਿਹੜੀ ਏ ਉਹ ਹੁਣ ਬੁਝ ਚੁੱਕੀ ਏ, ਮੈਨੂੰ ਹੁਣ ਕਿਸੇ ਚੀਜ਼ ਦੀ ਤਾਂਘ ਨਹੀਂ ਰਹਿ ਗਈ। ਤੇ ਅੰਤ ਵਿੱਚ ਬੜਾ ਹੀ ਅਮੋਲਕ ਬਚਨ ਗੁਰੂ ਸਾਹਿਬ ਦਾ। ਗੁਰੂ ਸਾਹਿਬ ਕਹਿੰਦੇ ਨੇ ਉੱਚਾ ਚੜ੍ਹੈ ਸੋ ਪਵੈ ਪਿਆਲਾ, ਜਿਹੜਾ ਮਾਇਆ ਦੇ ਨਸ਼ੇ ਵਿੱਚ ਮਗਨ ਹੋ ਕੇ ਜ਼ਿਆਦਾ ਟਪੂਸੀਆਂ ਮਾਰਦਾ, ਉੱਚਾ ਚੜ੍ਹੈ, ਅਹੰਕਾਰ ਕਰਦਾ ਹੈ, ਜ਼ਿਆਦਾ ਆਪੇ ਤੋਂ ਬਾਹਰ ਹੁੰਦਾ ਹੈ। ਸੋ ਪਵੈ ਪਿਆਲਾ, ਪਿਆਲ ਮੈਨੇ ਪਤਾਲ, ਆਤਮਕ ਦੁੱਖ ਦੇ, ਆਤਮਕ ਤਬਾਹੀ ਦੇ ਖੱਡ ਵਿੱਚ ਵੀ ਉਹੀ ਡਿੱਗਦਾ ਹੈ। ਜੋ ਜਿੰਨਾ ਜ਼ਿਆਦਾ ਉੱਤੇ ਹੁੰਦਾ ਹੈ, ਜਿੰਨਾ ਜ਼ਿਆਦਾ ਅਹੰਕਾਰ ਕਰਦਾ ਹੈ, ਉਹਨੂੰ ਸੱਟ ਵੀ ਉਨੀ ਜ਼ਿਆਦਾ ਹੀ ਵੱਜਦੀ ਹੈ। ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ, ਧਰਨ ਮੈਨੇ ਧਰਤੀ, ਜੋ ਧਰਤੀ 'ਤੇ ਪਿਆ ਰਹਿੰਦਾ ਹੈ, ਅਰਥਾਤ ਜੋ ਨਿਰਮਾਣਤਾ ਵਿੱਚ ਰਹਿੰਦਾ ਹੈ, ਜੋ ਨਿਮਰਤਾ ਵਿੱਚ ਰਹਿੰਦਾ ਹੈ, ਜੋ ਉਡਾਰੀਆਂ ਨਹੀਂ ਮਾਰਦਾ, ਜੋ ਆਪਣੇ ਪੈਰ ਦੀ ਪਕੜ ਧਰਤੀ 'ਤੇ ਰੱਖਦਾ ਹੈ ਅਤੇ ਇਸ ਗੱਲ ਨੂੰ ਜਾਣਦਾ ਹੈ ਕਿ ਜਿੰਨੀਆਂ ਵੀ ਚੀਜ਼ਾਂ ਨੇ, ਜਿੰਨੇ ਵੀ ਸੁੱਖ ਆਰਾਮ ਨੇ, ਇਹ ਸਾਰੇ ਨਾਸ਼ਵੰਤ ਨੇ ਅਤੇ ਸਾਰੀਆਂ ਚੀਜ਼ਾਂ ਦਾ ਦਾਤਾ ਅਕਾਲ ਪੁਰਖ ਪਰਮਾਤਮਾ ਹੈ। ਧਰਨ ਪੜੈ, ਜੋ ਧਰਤੀ 'ਤੇ ਪਿਆ ਰਹਿੰਦਾ ਹੈ, ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ, ਤਿਸ ਲਗੈ ਨਾ ਕਾਲਾ, ਉਹਨੂੰ ਕੋਈ ਡਰ, ਕੋਈ ਮੌਤ ਦਾ ਡਰ, ਕਿਸੇ ਵੀ ਕਿਸਮ ਦਾ ਦੁੱਖ ਕਲੇਸ਼ ਜਿਹੜਾ ਹੈ ਉਹਨੂੰ ਨਹੀਂ ਵਿਆਪ ਸਕਦਾ। ਸੋ ਗੁਰੂ ਪਿਆਰਿਓ, ਇਹ ਸਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਮੋਲਕ ਰਤਨ ਜਿਹੜੇ ਸੀ ਦੁੱਖ ਅਤੇ ਸੁੱਖ ਬਾਰੇ। ਅਗਰ ਇਹਨਾਂ ਪੰਕਤੀਆਂ ਨੂੰ ਅਸੀਂ ਆਪਣੇ ਹਿਰਦਿਆਂ 'ਚ ਵਸਾ ਲਈਏ, ਸਮਝ ਲਈਏ, ਤੇ ਮੈਂ ਸਮਝਦਾ ਸਾਨੂੰ ਕਿਸੇ ਵੀ ਕਿਸਮ ਦਾ ਦੁੱਖ ਜਿਹੜਾ ਹੈ ਉਹ ਪਰੇਸ਼ਾਨ ਨਹੀਂ ਕਰ ਸਕਦਾ ਤੇ ਅਸੀਂ ਸਦੀਵੀ ਸੁੱਖ ਦੇ ਨਾਲ ਜਿਹੜੀ ਆਪਣੀ ਸਾਂਝ ਹੈ ਉਹ ਬਣਾ ਸਕਦੇ ਹਾਂ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।